सोनू सूद होरां दा बहुत वड्डा नाम है। उन्होंने हाले तक कोई पार्टी अनाउंस नहीं की जां ज्वाइन नहीं की जां उन्होंने कोई फैसला नहीं किया। और मनना यह भी है मोगे दे विच वे जेकर कांग्रेस दे विच जांदे तां हरजोत कमल होरां दी टिकट जिहड़ी कट्टी जा सकती है। एक बंदे दा जिहदा माइंड ही नहीं सैट हैगा कि मैं जाना कित्थे ते करना की है, वो किसी दा की सवार सकदा। उपरलिਆਂ ਨੂੰ ਤਾਂ ਪਤਾ ਹੀ ਨਹੀਂ ਮੋਗੇ 'ਚ ਕਿਹੜੀ ਕਾਂਗਰਸ ਐਮਐਲਏ ਮੈਂ ਬਣਿਆ, ਮੈਨੂੰ ਪਤਾ ਨਾ ਕੌਣ ਕਾਂਗਰਸ ਕਾਂਗਰਸ ਪਾਰਟੀ ਦੀਆਂ ਟਿਕਟਾਂ ਅਪਲਾਈ ਕਰਨ ਦੀ 20 ਤਰੀਕ ਸੀ ਤੇ ਉਹ ਤੁਸੀਂ ਕਢਾ ਕੇ ਦੇਖ ਲਓ, ਉਹਨਾਂ ਨੇ ਤਾਂ ਕਾਂਗਰਸ ਦੀ ਟਿਕਟ ਅਪਲਾਈ ਨਹੀਂ ਕੀਤੀ। ਮੌਕੇ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਹਰਜੋਤ ਕਮਲ ਦੀ ਟਿਕਟ ਕੋਈ ਕੱਟ ਸਕਦਾ ਕਿ ਨਹੀਂ ਕੱਟ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਸੋਨੂ ਸੂਦ ਹੋਰਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਲਗਾਤਾਰ ਇਹ ਕਿਆਸ ਲਾਏ ਜਾ ਰਹੇ ਸੀ ਕਿ ਸੋਨੂ ਸੂਦ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਸਕਦੇ ਨੇ, ਨਾਲ ਇਹ ਵੀ ਕਿ ਉਹ ਕਿਹੜੀ ਪਾਰਟੀ ਦਾ ਹਿੱਸਾ ਹੋ ਸਕਦੇ ਨੇ। ਇਹ ਦੋ ਧਾਰਨਾਵਾਂ ਲਗਾਤਾਰ ਚੱਲ ਰਹੀਆਂ ਸੀ, ਪਰ ਇਹਨਾਂ ਧਾਰਨਾਵਾਂ ਤੋਂ ਹੁਣ ਜਿਹੜਾ ਪਰਦਾ ਉਹ ਉੱਠ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਸੋਨੂ ਸੂਦ ਦੀ ਸਿਸਟਰ, ਉਹਨਾਂ ਦੀ ਭੈਣ ਮਾਲਵਿਕਾ ਸੂਦ ਜੋ ਸਿਆਸੀ ਪਿੜ ਦੇ ਵਿੱਚ ਨੇ ਔਰ ਮੋਗਾ ਤੋਂ ਚੋਣ ਲੜਨ ਦੇ ਇੱਛੁਕ ਵੀ ਨੇ ਔਰ ਲਗਾਤਾਰ ਚੋਣ ਸਰਗਰਮੀਆਂ ਵੀ ਉਹਨਾਂ ਦੇ ਵੱਲੋਂ ਵਿੱਢੀਆਂ ਗਈਆਂ ਨੇ, ਤਾਂ ਉਹਨਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਲੈ ਲਈ ਹੈ। ਜੀ ਹਾਂ, ਮਾਲਵਿਕਾ ਸੂਦ ਹੋਰਾਂ ਨੇ ਮੁੱਢਲੀ ਮੈਂਬਰਸ਼ਿਪ ਕਾਂਗਰਸ ਦੀ ਲੈ ਲਈ ਹੈ, ਜਿਸ ਦਾ ਰਸਮੀ ਐਲਾਨ ਆ ਜਿਹੜਾ ਉਹ ਆਉਣ ਵਾਲੇ ਕੱਲ ਹੋਏਗਾ। ਸਾਡੇ ਸੂਤਰਾਂ ਦੇ ਮੁਤਾਬਿਕ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਔਰ ਆਉਣ ਵਾਲੇ ਕੁਝ ਹੀ ਦਿਨਾਂ ਤੱਕ ਮੋਗਾ ਤੋਂ ਉਹਨਾਂ ਨੂੰ ਉਮੀਦਵਾਰ ਵੀ ਐਲਾਨਿਆ ਜਾ ਸਕਦਾ ਹੈ। ਇਸ ਗੱਲ ਤੋਂ ਜ਼ਰੂਰ ਪਰਦਾ ਉੱਠ ਗਿਆ ਕਿ ਮਾਲਵਿਕਾ ਸੂਦ ਜਾਂ ਸੋਨੂ ਸੂਦ ਕੀ ਫੈਸਲਾ ਲੈਣਗੇ। ਇਸ ਤੋਂ ਪਹਿਲਾਂ ਸੋਨੂ ਸੂਦ ਹੋਰੀ ਸਾਰੀਆਂ ਪਾਰਟੀਆਂ ਦੇ ਕਨਵੀਨਰਸ ਨੂੰ ਮਿਲ ਚੁੱਕੇ ਨੇ, ਪ੍ਰਧਾਨਾਂ ਨੂੰ ਮਿਲ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਮੁਲਾਕਾਤ ਹੋਈ। ਉਹਨਾਂ ਦੀ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਔਰ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ। ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਸੀ ਤਾਂ ਉਹ ਕਹਿੰਦੇ ਕਿ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹਦਾ ਕੀ ਵਿਜ਼ਨ ਹੈ, ਕੀ ਉਹਨਾਂ ਦਾ ਵਿਜ਼ਨ ਸੋਨੂ ਸੂਦ ਦੇ ਆਪਣੇ ਫਰੇਮ ਦੇ ਵਿੱਚ ਫਿੱਟ ਬੈਠਦਾ। ਜਿਸ ਤਰੀਕੇ ਸੋਨੂ ਸੂਦ ਹੋਰਾਂ ਦੀ ਛਵੀ ਬਣੀ ਹੋਈ ਹੈ ਕਿ ਸੋਨੂ ਸੂਦ ਹੋਰਾਂ ਨੇ ਕਰੋਨਾ ਕਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ, ਆਰਥਿਕ ਤੌਰ ਤੇ ਉਹਨਾਂ ਨੇ ਬਹੁਤ ਲੋਕਾਂ ਦੀ ਸਹਾਇਤਾ ਉਸ ਵੇਲੇ ਕੀਤੀ। ਬੜੇ ਜਿਹੜੇ ਰਾਹੀ ਸੀਗੇ, ਜਿਹੜੇ ਕਰੋਨਾ ਕਰਕੇ ਫਸ ਗਏ ਸੀ, ਉਹਨਾਂ ਨੂੰ ਬਕਾਇਦਾ ਬੱਸਾਂ ਤੇ ਉਹਨਾਂ ਦੇ ਮੰਜ਼ਿਲਾਂ ਤੱਕ ਪਹੁੰਚਾਇਆ ਗਿਆ। ਤਮਾਮ ਐਸੇ ਕੰਮ ਜੋ ਸੋਨੂ ਸੂਦ ਨੇ ਕੀਤੇ ਸੀ, ਉਹਨਾਂ ਦੀ ਇੰਟਰਨੈਸ਼ਨਲ ਪੱਧਰ ਤੇ ਇੱਕ ਐਸੀ ਛਵੀ ਬਣ ਗਈ ਸੀ ਜਿਸ ਨੂੰ ਲੈ ਕੇ ਹੁਣ ਤੱਕ ਉਹਨਾਂ ਦੀ ਬੜੀ ਸਲਾਹਤਾ ਹੁੰਦੀ ਰਹੀ ਹੈ। ਔਰ ਸੋਨੂ ਸੂਦ ਜਿਸ ਤਰੀਕੇ ਦਾ ਚਿਹਰਾ ਬਣੇ ਨੇ, ਤਾਂ ਉਹ ਸਿਆਸਤ ਦੇ ਵਿੱਚ ਕਿਸੇ ਹੋਰ ਲਈ ਵਰਤੇ ਜਾਂਦੇ, ਤਾਂ ਉਹਨਾਂ ਨੇ ਇਹੋ ਹੀ ਫੈਸਲਾ ਲਿਆ ਕਿ ਉਹ ਇਸ ਸਿਆਸਤ ਦੇ ਵਿੱਚ ਖੁਦ ਆਉਣਗੇ ਔਰ ਨਾਲ ਆਪਣੀ ਸਿਸਟਰ ਨੂੰ ਮੋਗਾ ਤੋਂ ਚੋਣ ਲੜਾਉਣਗੇ। ਤਾਂ ਇਸ ਸਾਰੇ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਸੀ, ਉਹਨਾਂ ਤੋਂ ਪਰਦਾ ਹਟ ਚੁੱਕਿਆ ਹੈ ਔਰ ਕਾਂਗਰਸ ਦੇ ਵੱਲੋਂ ਮਾਲਵਿਕਾ ਸੂਦ ਮੋਗੇ ਤੋਂ ਉਮੀਦਵਾਰ ਹੋ ਸਕਦੇ ਆ। ਔਰ ਲਗਾਤਾਰ ਕਿਉਂਕਿ ਹੁਣ ਦੇ ਜਿਹੜੇ ਉੱਥੋਂ ਦੇ ਮੌਜੂਦਾ ਵਿਧਾਇਕ ਸੀ ਹਰਜੋਤ ਕਮਲ, ਉਹ ਲਗਾਤਾਰ ਇਸ ਗੱਲ ਨੂੰ ਡਿਨਾਈ ਕਰ ਰਹੇ ਸੀ ਕਿ ਉਹਨਾਂ ਦੀ ਟਿਕਟ ਬਿਲਕੁਲ ਵੀ ਕੱਟੀ ਨਹੀਂ ਜਾ ਸਕਦੀ, ਕਿਉਂਕਿ ਉਹਨਾਂ ਨੇ ਮੋਗਾ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ। ਉਹਨਾਂ ਨੇ ਬਹੁਤ ਸਾਰੀਆਂ ਨਜ਼ਦੀਕੀ ਬਾਡੀਜ਼ ਖੜੀਆਂ ਕੀਤੀਆਂ, ਜਿਸ ਦੇ ਵਿੱਚ ਮੇਅਰ, ਡਿਪਟੀ ਮੇਅਰ, ਤਮਾਮ ਜਿਹੜੀਆਂ ਪੰਚਾਇਤਾਂ ਪਿੰਡਾਂ ਦੀਆਂ ਸੀਗੀਆਂ, ਉਹਨਾਂ ਕਿਹਾ ਕਿ ਮੇਰੇ ਨਾਲ ਨਿੱਜੀ ਉਹਨਾਂ ਦੇ ਰਿਲੇਸ਼ਨ ਨੇ। ਤਾਂ ਉਹ ਬਿਲਕੁਲ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਪੋਜ਼ਿਟਿਵ ਸੀ ਕਿ ਸਾਡੀ ਹਾਈ ਕਮਾਂਡ ਬਿਲਕੁਲ ਹੀ ਐਸਾ ਫੈਸਲਾ ਨਹੀਂ ਕਰੇਗੀ ਜਿਸ ਦੇ ਵਿੱਚ ਉਹਨਾਂ ਨੂੰ ਕੋਈ ਵੱਖਰਾ ਹੋਰ ਨਿੱਜੀ ਤੌਰ ਤੇ ਫੈਸਲਾ ਲੈਣਾ ਪਵੇ। ਤਾਂ ਹਰਜੋਤ ਕਮਲ ਹੋਰਾਂ ਦੇ ਨਾਲ ਪਿਛਲੇ ਦਿਨੀ ਸਾਡੀ ਵੀ ਇੱਕ ਇੰਟਰਵਿਊ ਹੋਇਆ ਸੀ, ਗੱਲਬਾਤ ਹੋਈ ਸੀ, ਜਿਸ ਦੇ ਵਿੱਚ ਅਸੀਂ ਪਹਿਲਾਂ ਹੀ ਇਹ ਸਵਾਲ ਹਰਜੋਤ ਕਮਲ ਹੋਰਾਂ ਨੂੰ ਕੀਤਾ ਸੀ ਕਿ ਜੇਕਰ ਅਜਿਹਾ ਹੁੰਦਾ ਕਿ ਮਾਲਵਿਕਾ ਸੂਦ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਉਹਨਾਂ ਦਾ ਫੈਸਲਾ ਕੀ ਹੋਏਗਾ।
ਹਾਲਾਂਕਿ ਉਹਨਾਂ ਨੇ ਆਪਣਾ ਕੀ ਫੈਸਲਾ ਹੋਏਗਾ ਇਸ ਤੇ ਤਾਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਸੀ ਜਾਂ ਕੋਈ ਵੀ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਸੀ। ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਕੰਮ ਜ਼ਰੂਰ ਗਿਣਵਾਏ ਸੀ ਕਿ ਉਹ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਔਰ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਹਾਈ ਕਮਾਂਡ ਹੈ ਉਹਨਾਂ ਦੀ ਟਿਕਟ ਕੱਟਣ ਬਾਰੇ ਨਹੀਂ ਸੋਚ ਸਕਦੀ। ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਮੋਗਾ ਦੇ ਵਿੱਚ ਕਾਂਗਰਸ ਪਾਰਟੀ ਬਿਲਕੁਲ ਖਤਮ ਹੋ ਚੱਲੀ ਸੀ, ਬਿਲਕੁਲ ਮਰ ਚੁੱਕੀ ਸੀ। ਉਹ ਆਏ ਔਰ ਮੋਗਾ ਦੇ ਵਿੱਚ ਕਾਂਗਰਸ ਨੂੰ ਸੁਰਜੀਤ ਕੀਤਾ। ਪਿਛਲੇ ਦਿਨੀ ਮੋਗਾ ਦੇ ਸਿਟਿੰਗ ਵਿਧਾਇਕ ਹਰਜੋਤ ਕਮਲ ਹੋਰਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਤੁਸੀਂ ਵੀ ਸੁਣੋ। ਸੋਨੂ ਸੂਦ ਹੋਰਾਂ ਦਾ ਬਹੁਤ ਵੱਡਾ ਨਾਮ ਹੈ। ਉਹਨਾਂ ਨੇ ਹਾਲੇ ਤੱਕ ਕੋਈ ਪਾਰਟੀ ਅਨਾਉਂਸ ਨਹੀਂ ਕੀਤੀ ਜਾਂ ਜੁਆਇਨ ਨਹੀਂ ਕੀਤੀ ਜਾਂ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਔਰ ਮੰਨਣਾ ਇਹ ਵੀ ਹੈ ਮੋਗੇ ਦੇ ਵਿੱਚ ਵੀ ਜੇਕਰ ਕਾਂਗਰਸ ਦੇ ਵਿੱਚ ਜਾਂਦੇ ਆ ਤਾਂ ਹਰਜੋਤ ਕਮਲ ਹੋਰਾਂ ਦੀ ਟਿਕਟ ਜਿਹੜੀ ਕੱਟੀ ਜਾ ਸਕਦੀ ਹੈ। ਦੇਖੋ ਇਹ ਮੇਰੀ ਪਾਰਟੀ ਨੇ ਫੈਸਲਾ ਕਰਨਾ ਔਰ ਮੇਰੇ ਮੁਕੱਦਰ ਨੇ ਤੇ ਮੇਰੇ ਮੌਕੇ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਹਰਜੋਤ ਕਮਲ ਦੀ ਟਿਕਟ ਕੋਈ ਕੱਟ ਸਕਦਾ ਕਿ ਨਹੀਂ ਕੱਟ ਸਕਦਾ। ਪਾਰਟੀ ਦੀ ਹਾਈ ਕਮਾਂਡ ਬੜੀ ਸਿਆਣੀ ਹੈ। ਮੈਨੂੰ ਪਿਛਲੀ ਵਾਰੀ ਵੀ ਉਹਨਾਂ ਨੇ ਮੇਰੇ ਕੰਮ ਨੂੰ, ਮੇਰੀ ਮਿਹਨਤ ਨੂੰ ਔਰ ਪਾਰਟੀ ਪ੍ਰਤੀ ਮੇਰੀ ਜਿਹੜੀ ਸਿੰਸੀਅਰਿਟੀ ਆ ਉਹਨੂੰ ਦੇਖ ਕੇ ਟਿਕਟ ਦਿੱਤੀ ਸੀ। ਅੱਜ ਵੀ ਮੈਂ ਪਾਰਟੀ ਲਈ ਜਿੰਨਾ ਸਿੰਸੀਅਰ ਆ, ਪਾਰਟੀ ਨੂੰ ਅੱਜ ਮੇਰੇ 46 ਪਿੰਡਾਂ ਚੋਂ 44 ਸਰਪੰਚ ਮੇਰੇ ਨੇ, ਠੀਕ ਹੈ। ਜੇ ਬਲਾਕ ਸੰਮਤੀਆਂ ਤੇ ਸਾਰੀਆਂ ਬਲਾਕ ਸੰਮਤੀਆਂ ਤੇ ਉਹਨਾਂ ਦਾ ਚੇਅਰਮੈਨ ਵੀ ਮੇਰਾ ਨੋਮੀਨੇਟਡ ਹੈ। ਮੇਰੀਆਂ 2 ਹੀ ਜ਼ਿਲ੍ਹਾ ਪ੍ਰੀਸ਼ਦ ਸੀ, ਦੋਨੇ ਮੈਂ ਜਿੱਤਿਆ ਕਾਂਗਰਸ ਦੀ ਟਿਕਟਾਂ ਦੇ ਉੱਤੇ। ਮੇਰੇ ਇੱਥੇ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਆਪਣੀ MP ਦੀ ਚੋਣ ਹੋਈ ਹੈ ਤੇ ਮੈਂ 9000 ਤੋਂ ਉੱਤੇ ਦੀ ਲੀਡ ਇੱਥੋਂ MP ਸਾਹਿਬ ਦੀ ਲਈ ਹੈ ਮੋਗੇ ਚੋਂ। ਕਾਰਪੋਰੇਸ਼ਨ ਦੀ ਚੋਣ ਹੋਈ ਹੈ, ਹਾਲਾਂਕਿ ਟਿਕਟਾਂ ਬਹੁਤ ਸਾਰੀਆਂ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਉਹ ਗੜਬੜ ਕਰਾ ਕੇ ਟਿਕਟਾਂ ਕੱਟ ਦਿੱਤੀਆਂ ਮੇਰੀਆਂ। ਉਹਦੇ ਬਾਵਜੂਦ ਵੀ ਮੇਰੀ ਟੀਮ ਜਿਹੜੀ ਪਰਸਨਲ ਆ ਉਹਨੂੰ ਮੈਨੂੰ ਪਤਾ ਸੀ ਇਹ ਜਿੱਤਣ ਵਾਲੇ ਆ। ਜੇ ਇਹਨਾਂ ਨੂੰ ਨਾ ਮੈਂ ਲੜਾਇਆ ਜਾਂ ਨਾ ਇਹ ਜਿੱਤੇ ਤਾਂ ਅਕਾਲੀ ਦਲ ਦਾ ਕਬਜ਼ਾ ਹੋਣਾ ਸੀ। ਅਸੀਂ ਆਪਦੇ 10 ਬੰਦੇ ਆਜ਼ਾਦ ਖੜਾ ਕੇ ਨਾਲ ਜਿਤਾ ਲਏ। ਅੱਜ 30 ਕੌਂਸਲਰ ਮੇਰੇ ਜਿੱਤੇ ਵੇ ਆ, 2 ਮੇਰੇ ਨਾਲ ਹੋਰ ਸ਼ਾਮਲ ਹੋ ਗਏ। 32 ਕੌਂਸਲਰ ਨੇ ਮੇਰੇ ਕੋਲੇ। ਮੇਅਰ ਮੇਰਾ ਤੁਹਾਡੇ ਤੇ ਵਾਕਈ ਸੀਨੀਅਰ ਡਿਪਟੀ ਮੇਅਰ ਮੇਰਾ ਤੇ ਵੀ ਇਲਜ਼ਾਮ ਲੱਗਦਾ ਸੀ ਕਿ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਾਂਗਰਸ ਦੇ ਲੋਕਾਂ ਦਾ ਘੱਟ ਸਾਥ ਦਿੱਤਾ ਤੇ ਜਿਹੜੇ ਆਜ਼ਾਦ ਖੜੇ ਸੀ ਉਹਨਾਂ ਦਾ ਵੱਧ ਦਿੱਤਾ। ਦੇਖੋ ਮੈਂ ਤੁਹਾਨੂੰ ਇਹ ਗੱਲ ਇਟ ਸ਼ੁੱਡ ਬੀ ਵੈਰੀ ਮਚ ਕਲੀਅਰ ਟੂ ਯੂ ਐਂਡ ਟੂ ਆਲ ਦਾ ਯੂਅਰ ਵਿਊਅਰਸ ਕਿ ਹਰਜੋਤ ਕਮਲ ਕਾਂਗਰਸ ਦੇ ਵਿੱਚ ਜੰਮਿਆ ਸੀ, ਉਹਨੇ ਕਾਂਗਰਸੀਆਂ ਦਾ ਸਾਥ ਦਿੱਤਾ। ਮੈਂ ਇੱਕ ਲਿਸਟ ਬਣਾਈ ਜਿਹੜੇ ਬੰਦੇ ਮੈਂ 10 ਸਾਲ ਪਹਿਲਾਂ ਕੰਮ ਕੀਤਾ। ਇੱਥੇ ਮੋਗੇ ਦੇ ਵਿੱਚ ਜਦੋਂ ਜੈਨ ਸਾਹਿਬ ਅਕਾਲੀ ਦਲ 'ਚ ਚਲ ਗਏ, ਜਥੇਦਾਰ ਤੋਤਾ ਸਿੰਘ ਜੀ ਉਹਨਾਂ ਦਾ ਪਰਿਵਾਰ 97 ਦੇ ਵਿੱਚ ਮੋਗੇ 'ਚ ਕਾਬਜ ਹੋ ਗਿਆ ਔਰ ਜੈਨ ਸਾਹਿਬ ਵਿੱਚੋਂ ਕਾਂਗਰਸ ਦੇ ਜਿੱਤੇ। ਪਹਿਲੀ ਵਾਰੀ ਉਹਨਾਂ ਨੂੰ 4-5 ਮਹੀਨੇ ਤੰਗ ਕੀਤਾ, ਜੇਲ੍ਹ 'ਚ ਰੱਖਿਆ। ਦੂਜੀ ਵਾਰੀ ਉਹ ਫੇਰ ਜਿੱਤ ਗਏ, ਦੂਜੀ ਵਾਰੀ ਉਹਨਾਂ 4 ਮਹੀਨਿਆਂ ਪਿੱਛੋਂ ਅਕਾਲੀ ਦਲ 'ਚ ਲੈ ਗਏ। ਇੱਥੇ ਤਾਂ ਸਟੈਬਲਿਸ਼ ਹੀ ਨਹੀਂ ਹੋਣ ਦਿੱਤੀ, ਕਾਂਗਰਸ ਤਾਂ ਮਾਰਤੀ। 97 ਤੋਂ 92 'ਚ ਡਾਕਟਰ ਮਾਲਤੀ ਜੀ 4 ਵੋਟਾਂ ਦੇ ਜਿੱਤੇ ਸੀਗੇ ਤੇ ਉਹ 92 'ਚ ਸਰਕਾਰ ਕਾਂਗਰਸ ਦੀ ਸੀ। ਉਹਦੇ ਤੋਂ ਬਾਅਦ 97 ਤੋਂ ਲੈ ਕੇ 2017 ਦੇ ਵਿੱਚ ਮੈਂ ਆਇਆ ਹੈਗਾ ਇੱਥੇ। ਔਰ ਜਦੋਂ ਜੈਨ ਸਾਹਿਬ 12 ਦੇ ਐਂਡ ਦੇ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਚਲੇ ਗਏ, MLA ਦੇ ਨਾਲ ਬਹੁਤ ਸਾਰੇ ਲੋਕ ਪਰਸਨਲ ਜੁੜੇ ਹੁੰਦੇ ਤੇ ਉਹ ਸਾਰੀ ਟੀਮ ਹੀ ਇੱਥੋਂ ਕਾਂਗਰਸ ਦੀ ਅਕਾਲੀ ਦਲ 'ਚ ਚਲ ਗਈ। ਮੈਨੂੰ ਜਦੋਂ ਮੈਂ ਵਰਕ ਸ਼ੁਰੂ ਕੀਤਾ ਮੈਨੂੰ ਤਾਂ ਇਹ ਨਹੀਂ ਸੀ ਪਤਾ ਹੁੰਦਾ ਵੀ ਫਲਾਣੇ ਪਿੰਡ 'ਚ ਕੋਈ ਬੰਦਾ ਕਾਂਗਰਸ ਦਾ ਹੈਗਾ ਕਿ ਨਹੀਂ, ਵਾਰਡ ਦੇ ਵਿੱਚ ਕੋਈ ਹੈਗਾ ਕਿ ਨਹੀਂ। ਮੈਂ ਉਸ ਵੇਲੇ ਕਾਂਗਰਸ ਨੂੰ ਜਿਹੜੀ ਬੈਠੀ ਤੇ ਸੁੱਤੀ ਸੀ ਉਹਨੂੰ ਜਗਾਇਆ, ਨਵੇਂ ਚਿਹਰਿਆਂ ਨੂੰ ਕਾਂਗਰਸ 'ਚ ਲਿਆਂਦਾ, ਇੱਕ ਟੀਮ ਬਣਾਈ ਕਾਂਗਰਸ ਦੀ ਜਿਹੜੀ ਟੀਮ ਹਰਜੋਤ ਕਮਲ ਨਾਲ ਜੁੜੀ ਸੀ ਕਿਉਂਕਿ ਹਰਜੋਤ ਨੇ ਬਣਾਈ ਸੀ ਤਾਂ ਉਹ ਹਰਜੋਤ ਦੀ ਟੀਮ ਹੈ। ਅਦਰਵਾਈਜ਼ ਮੈਂ ਕੋਈ ਪਰਸਨਲ ਤਾਂ ਮੈਂ ਕੋਈ ਆਜ਼ਾਦ ਨਹੀਂ ਹੈਗਾ ਲੜਿਆ, ਮੈਂ ਹਮੇਸ਼ਾ ਕਾਂਗਰਸ ਲਈ ਕੰਮ ਕੀਤਾ। ਮੈਂ ਇੱਕ ਲਿਸਟ ਇਹਨਾਂ ਨੂੰ ਦਿੱਤੀ ਕਿ ਆਹ ਬੰਦੇ ਆ ਜਿਹੜੇ ਮੇਰੇ ਨਾਲ 10 ਸਾਲ ਪਹਿਲਾਂ ਰਹੇ, ਕੰਮ ਕੀਤਾ। 5 ਸਾਲ ਤੋਂ ਮੈਂ MLA 4 ਸਾਲ ਹੋਇਆ ਕਾਰਪੋਰੇਸ਼ਨ ਦੀ ਇਲੈਕਸ਼ਨ ਨੂੰ, ਵੀ 4 ਸਾਲ ਇਹ ਬੰਦੇ ਮੇਰੇ ਨਾਲ ਰਹੇ ਤੇ ਮੈਂ ਇਹਨਾਂ ਬੰਦਿਆਂ ਨੂੰ ਕਾਂਗਰਸ ਦੀ ਟਿਕਟ ਦਵਾਉਣੀ ਚਾਹੁੰਦਾ। MLA ਦੇ ਤੁਸੀਂ ਕਹੇ ਤੇ ਜਿਹੜੇ ਬੰਦਿਆਂ ਦੀ ਮੈਂ ਸ਼ਾਦੀ ਭਰਦਾ ਵੀ ਇਹ ਕਾਂਗਰਸੀ ਆ, ਤੁਸੀਂ ਉਹਨਾਂ ਦੀਆਂ ਟਿਕਟਾਂ ਕੱਟਤੀਆਂ। B ਤੇ C ਤੇ D ਲੈਵਲ ਦੇ ਬੰਦਿਆਂ ਨੂੰ ਚੱਕ ਕੇ ਤੁਸੀਂ ਟਿਕਟਾਂ ਦੇਤੀਆਂ। ਉਹ ਕਾਂਗਰਸੀ ਸੀਗੇ ਬੰਦੇ, ਮੈਂ ਉਹਨਾਂ ਨੂੰ ਮਾਰ ਦੇਵਾਂ ਜਿਹੜੇ ਬੰਦੇ ਮੇਰੇ ਨਾਲ ਖੜੇ ਆ। ਮੈਂ ਜਿਨ੍ਹਾਂ ਤੋਂ ਬੱਸਾਂ ਭਰਾਈਆਂ ਕਾਂਗਰਸ ਪਾਰਟੀ ਲਈ, ਮੈਂ ਜਿਨ੍ਹਾਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਾਉਂਦਾ ਰਿਹਾ 4 ਸਾਲ ਮੇਰੇ ਨਾਲ ਉਹ ਸੁਪਨੇ ਦੇਖਦੇ ਰਹੇ। ਮੈਨੂੰ MLA ਬਣਾਉਣ 'ਚ ਉਹਨਾਂ ਦਾ ਯੋਗਦਾਨ 8-10 ਸਾਲ ਉਹ ਪਹਿਲਾਂ ਵਿਚਾਰੇ ਮੇਰੇ ਨਾਲ ਲੱਗੇ ਰਹੇ। ਸੋ ਮੇਰਾ ਤਾਂ ਇਹ ਫਰਜ਼ ਬਣਦਾ ਸੀ, ਮੈਂ ਤਾਂ
ਉੱਪਰਲਿਆਂ ਨੂੰ ਤਾਂ ਪਤਾ ਹੀ ਨਹੀਂ ਮੋਗੇ 'ਚ ਕਿਹੜੀ ਕਾਂਗਰਸ ਐਮਐਲਏ ਮੈਂ ਬਣਿਆ, ਮੈਨੂੰ ਪਤਾ ਨਾ ਕੌਣ ਕਾਂਗਰਸ ਸੀ। ਮੈਂ ਉਹਨਾਂ ਨੂੰ ਮਰਦੇ ਨਹੀਂ ਸੀ ਦੇਖ ਸਕਦਾ, ਨਾ ਮੈਂ ਮਾਰ ਸਕਦਾ ਸੀ। ਔਰ ਉਹ ਜਿੱਤੇ ਆ, ਜਿੱਤਦਿਆਂ ਸਾਰੀ ਫਿਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਂ ਕੈਮਰੇ ਦੇ ਮੂਹਰੇ ਨਹੀਂ ਕਹਿ ਸਕਦਾ ਕਿ ਮੇਰੀ ਜਿਹੜੀ ਸੀਗੀ, ਮੈਨੂੰ ਜੋੜਿਆ ਜਾਂਦਾ ਸੀ ਵੀ ਇਹਦਾ ਉਸ ਗਰੁੱਪ ਨਾਲ ਆ ਜਿਹੜਾ ਦਿੱਲੀ ਵਾਲਿਆਂ ਨਾਲ ਆ। ਚੰਨੀ ਜੀ ਹੋ ਗਏ, ਨਾਗਰਾ ਸਾਹਿਬ ਹੋਣੀ ਹੋ ਗਏ, ਹੋਰ ਸਾਨੂੰ ਤਾਂ ਧੱਕ ਕੇ ਹਾਸ਼ੀਏ ਤੋਂ ਬਾਹਰ ਕਰ ਇਹੋ ਜਿਹੇ ਅਫਸਰ ਲਾਏ ਸੀਗੇ ਜਿਹੜੇ ਬੀਬੇ ਵਾਲੇ ਸੀਗੇ, ਤੇ ਫਿਰ ਵੀ ਟਿਕਟਾਂ ਕੱਟਦੀਆਂ। ਚਲੋ ਮੈਂ ਉਹ ਸਾਰਾ ਕੁਝ ਝੇਲ ਕੇ ਤੇ 10 ਬੰਦੇ ਆਜ਼ਾਦ ਖੜਾ ਕੇ ਜਿਤਾ ਲਏ। ਔਰ ਉਹ ਕੋਈ ਮੈਂ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਆਜ਼ਾਦ ਨੂੰ ਕੋਈ ਅਗਲੇ ਦਿਨ ਹੀ ਜਾ ਕੇ ਕਾਂਗਰਸ ਭਵਨ 'ਚ ਉਸ ਵੇਲੇ ਦੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਅਗਲੇ ਦਿਨ ਸਵੇਰੇ ਅੱਜ ਬੰਦਾ ਆਜ਼ਾਦ ਜਿੱਤਿਆ ਹੋਵੇ, ਅਗਲਾ ਕਹਿੰਦਾ ਮੈਂ ਤਾਂ ਆਜ਼ਾਦ ਜਿੱਤਿਆ, ਮੈਂ ਨਹੀਂ ਜਾਂਦਾ। ਅਗਲੇ ਦਿਨ ਸਵੇਰੇ ਮੈਂ ਲਿਜਾ ਕੇ ਸਾਰੇ ਬੰਦੇ ਕਾਂਗਰਸ ਦੇ ਦੁਆਰਾ ਸ਼ਾਮਿਲ ਕਰਾਏ। ਔਰ ਉਹਨਾਂ ਬੰਦਿਆਂ ਨੇ ਉੱਥੇ ਕਿਹਾ ਕਿ ਅਸੀਂ ਜੀ ਕਾਂਗਰਸੀ ਸੀਗੇ, ਕਾਂਗਰਸੀ ਹੋਈ ਫੇਰ ਹੈਗੇ ਆ। ਚੋਣ ਆਜ਼ਾਦ ਹੋ ਕੇ ਲੜਨੀ ਪਈ। ਚੋਣ ਮੈਨੂੰ ਲੜਾਉਣੀ ਪਈ ਆਜ਼ਾਦ ਹੋ ਕੇ, ਕਿਉਂਕਿ ਮੈਨੂੰ ਪਤਾ ਸੀਗਾ ਜੋ ਮਨਸੂਬੇ ਸੀਗੇ ਉੱਪਰਲਿਆਂ ਦੇ, ਇੱਥੇ ਤਾਂ ਮੇਅਰ ਅਕਾਲੀ ਦਲ ਦਾ ਬਣ ਜਾਣਾ ਸੀ, ਮੈਂ ਤਾਂ ਮਰ ਜਾਣਾ ਸੀ। ਮੇਰੀ ਵਾਈਫ ਇਲੈਕਸ਼ਨ ਲੜੀ ਹੈ, ਜੋ ਫੀਲਡਿੰਗ ਲਾਈ ਇਹਨਾਂ ਨੇ ਇਸ ਤਰੀਕੇ ਦੇ ਨਾਲ। ਹਾਲਾਂਕਿ ਇੱਥੇ ਤਾਂ ਬਾਹਰ ਕਿਸੇ ਦੀ ਗਲੀ 'ਚ ਥੜੀ ਹੋਵੇ ਨਾ, ਉਹਦਾ ਆਬਜੈਕਸ਼ਨ ਲਾ ਦੇ, ਕਾਗਜ਼ ਰੱਦ ਹੋ ਜਾਂਦੇ। ਉਸ ਬੰਦੇ ਕੋਲ 15 ਮਰਲੇ ਜ਼ਮੀਨ ਕਾਰਪੋਰੇਸ਼ਨ ਦੀ, ਕਾਰਪੋਰੇਸ਼ਨ ਦਾ ਸਰਟੀਫਿਕੇਟ ਦਿੱਤਾ, ਇਹਨਾਂ ਨੇ ਕਾਗਜ਼ ਹੀ ਨਹੀਂ ਰੱਦ ਕੀਤੇ। ਹਾਲਾਂਕਿ ਮੇਰੇ ਹਲਕੇ ਦੇ ਵਿੱਚ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਤੱਕ ਕੋਈ ਬੰਦਾ ਇਹ ਗੱਲ ਪ੍ਰੂਵ ਕਰਦੇ ਕਿ ਪੰਚਾਇਤੀ ਚੋਣਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ, ਕਾਰਪੋਰੇਸ਼ਨ 'ਚ ਮੇਰੇ ਮੋਗੇ ਦੇ ਲੋਕਾਂ ਤੋਂ ਪੁੱਛੋ, ਪਹਿਲੀ ਵਾਰੀ ਹੋਇਆ ਹੋਊਗਾ ਕਿ ਇਮਾਨਦਾਰੀ ਦੇ ਨਾਲ ਚੋਣਾਂ ਲੜੀਆਂ ਗਈਆਂ। ਨਹੀਂ ਤਾਂ ਇੱਥੇ ਇਹ ਕਵਾਇਤ ਇਹ ਬਣੀ ਵੀ ਸੀਗੀ, ਰਿਵਾਜ ਇਹ ਪਿਆ ਸੀ, ਚੋਣਾਂ ਲੜਦੇ ਨਹੀਂ ਸੀ, ਐਲਾਨ ਹੀ ਹੁੰਦੇ ਸੀ। ਤੇ ਜੇ ਕਿਸੇ ਨੇ ਮਾੜਾ ਜਿਹਾ ਕੀਤਾ, ਕਿਸੇ ਨੂੰ ਕਹਿਤਾ ਤੇਰਾ ਜਵਾਕ ਚੱਕ ਲੈਣਾ, ਕਿਸੇ ਨੂੰ ਕਹਿਤਾ ਤੇਰੇ ਡੋਡੇ ਪਾ ਦੇਣੇ, ਆਹ ਹਾਲ ਸੀ। ਔਰ ਮੈਂ ਇਸ ਗੱਲ ਲਈ ਲੋਕਾਂ ਨੂੰ ਪਤਾ ਆ, ਮੋਗੇ ਦੇ ਲੋਕ ਦੱਸ ਸਕਦੇ ਕਿ ਪਹਿਲੀ ਵਾਰੀ ਹੋਇਆ ਕਾਰਪੋਰੇਸ਼ਨ ਦੀਆਂ ਜਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਔਰ ਬਕਾਇਦਾ ਤੌਰ ਤੇ ਚੋਣਾਂ ਹੋਈਆਂ। ਮੇਰੀ ਵਾਈਫ ਨੂੰ ਹਰਾਉਣ ਵਾਸਤੇ ਪੂਰੀ ਫੀਲਡਿੰਗ ਲਾਤੀ। ਚਲੋ ਅਕਾਲੀ ਦਲ ਜਾਂ ਵਿਰੋਧੀ ਝਾੜੂ ਵਾਲੇ, ਉਹਨਾਂ ਨੇ ਤਾਂ ਕਰਨਾ ਹੀ ਹੁੰਦਾ ਵਿਰੋਧ। ਕਾਂਗਰਸ ਚੋਂ ਵੀ ਬੰਦਿਆਂ ਨੇ ਵਿਰੋਧ ਕਰ ਦਿੰਦੇ ਆ, ਪਾਰਟੀਆਂ ਦੇ ਵਿੱਚ ਹੋਊ, ਕੋਈ ਗੱਲ ਨਹੀਂ। ਇੱਥੇ ਤੇ ਪੁਲਿਸ ਤੇ ਪ੍ਰਸ਼ਾਸਨ ਵੀ ਐਂ ਲਾਤਾ। ਮੈਨੂੰ ਜਦੋਂ ਅਖੀਰ ਤੇ ਇਹ ਗੱਲ ਲੱਗੀ ਵੀ ਇੱਥੇ ਤਾਂ ਹੁਣ ਇਹਨਾਂ ਨੇ ਮੈਨੂੰ ਬੰਨਤਾ ਤੇ ਰਗੜਨ ਤੇ ਆ ਗਏ, ਦੈਨ ਆਈ ਸਰੈਂਡਰਡ। ਮੈਂ ਫਿਰ ਛੱਡਤਾ। ਮੈਂ ਕਿਹਾ ਹੁਣ ਮੈਂ ਇੱਕ ਸੀਟ ਪਿੱਛੇ, ਮੈਂ ਸਾਰੀਆਂ ਤਾਂ ਨਹੀਂ ਛੱਡ ਸਕਦਾ, ਮੇਰੀ ਕਾਰਪੋਰੇਸ਼ਨ ਬਣਾਉਣੀ ਬਹੁਤ ਜ਼ਰੂਰੀ ਹੈ। ਤੁਹਾਡੀ ਆਪਦੀ ਪਾਰਟੀ ਤੁਹਾਡਾ ਵਿਰੋਧ ਤੇ ਆ ਗਿਆ, ਆਪਣੀ ਪਾਰਟੀ ਛੱਡੋ ਤੁਸੀਂ, ਕਈ ਕੁਛ ਹੀ ਹੋ ਜਾਂਦਾ, ਅਫਸਰ ਵੀ ਉਲਟ ਲਾ ਦਿੱਤੇ। ਮੈਂ ਫਿਰ ਉਹਦੀ ਜਿਹੜੀ ਸੀਗੀ ਤੁਹਾਡੀ ਐਂਡ ਤੇ ਮੈਂ ਕਰਦਾ, ਅੱਜ ਮੇਅਰ, ਸੀਨੀਅਰ ਡਿਪਟੀ ਮੇਅਰ, FNC ਕਮੇਟੀ ਸਾਰੇ ਮੇਰੇ। ਸੋ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਵੀ ਉਹਦੀ ਚਰਚਾ ਹੈਗੀ ਆ ਵੀ ਉਹਨੂੰ ਟਿਕਟ ਦੇ ਦੇਣਗੇ, ਮੈਂ ਸਾਰੇ ਪਿੰਡਾਂ 'ਚ ਮੇਰੇ ਸਰਪੰਚ ਨੇ, ਬਲਾਕ ਸੰਮਤੀਆਂ ਤੇ ਚੇਅਰਮੈਨ ਮੇਰੇ ਆ, ਸ਼ਹਿਰ ਦੇ ਵਿੱਚ ਸਾਰੀ ਕਾਰਪੋਰੇਸ਼ਨ ਮੇਰੀ ਹੈ। ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਐਡਾ ਵੱਡਾ ਜੋਖਮ ਨਹੀਂ ਉਠਾਊਗੀ ਕਿ ਇੱਕ ਸਿਟਿੰਗ MLA ਜਿਹਦਾ ਸਾਰਾ ਤਾਮ ਝਾਮ, ਸਾਰੀ ਉਹਦੀ ਐਡੀ ਵੱਡੀ ਟੀਮ ਹੋਵੇ ਤੇ ਉਹਨੂੰ ਛੱਡ ਕੇ ਇੱਕ ਨਵੇਂ ਨੂੰ, ਉਹ ਸਨੀ ਦਿਓਲ ਵਾਲਾ ਹਾਲ ਹੋਣਾ ਫਿਰ ਇੱਥੇ। ਜਿਵੇਂ ਲੋਕ ਉਹਨੂੰ ਪੋਸਟਰ ਲਾ ਲੱਭਦੇ ਆ। ਮੈਂ ਕੰਮ ਕੀਤਾ ਮੋਗੇ 'ਚ, ਜਾ ਕੇ ਦੇਖੋ, ਮੇਰੇ ਪਿੰਡਾਂ ਦੀਆਂ ਸੜਕਾਂ ਦੇਖੋ, ਨਿਗਾਹ ਮਾਰ ਕੇ ਮੇਰੇ ਪਿੰਡਾਂ ਦੀਆਂ ਗਲੀਆਂ ਦੇਖੋ ਤੁਸੀਂ, ਜੋ ਮੈਂ ਕੰਮ ਕੀਤਾ। ਆਖਰ ਤੇ ਇਹ ਦੱਸ ਦਿਓ ਕਿ ਚਲੋ ਭਾਵੇਂ ਭਵਿੱਖ ਦੀ ਮੁਕਲ ਦੇ ਵਿੱਚ ਆਪਾਂ ਚਰਚਾ ਨੂੰ, ਹੁਣ ਜਿੰਨਾ ਸੀਵਰੇਜ ਤੇ ਜਿਹੜੇ ਕੰਮ ਹੋਏ ਆ ਉਹਦੇ ਤੋਂ ਇਲਾਵਾ 51 ਕਰੋੜ ਰੁਪਏ ਦਾ 2 ਫੇਜ਼ਸ ਦੇ ਵਿੱਚ ਸੀਵਰੇਜ ਪੈ ਚੁੱਕਿਆ। ਇੱਕ ਮੇਰੇ ਤੋਂ ਪਹਿਲਾਂ ਦਾ ਪਿਆ ਸੀ, ਇੱਕ ਮੈਂ ਆ ਕੇ ਪਵਾਇਆ। ਜਿਹੜੀ 3rd ਫੇਜ਼ ਹੈ, ਜਿੱਥੇ ਰਹਿ ਗਿਆ, ਚਾਹੇ ਬਾਹਰਲਾ ਏਰੀਆ ਚਾਹੇ ਸ਼ਹਿਰ ਦੇ ਅੰਦਰਲਾ, ਉਹ ਹੁਣ 3rd ਫੇਜ਼ ਦੇ ਵਿੱਚ ਮੈਂ ਪਾਸ ਕਰਾ ਕੇ ਲਿਆ। 50 ਕਰੋੜ ਤੇ 76 ਲੱਖ ਦਾ ਕੰਮ, 51 ਕਰੋੜ ਦਾ ਕੰਮ ਮੈਂ ਹੁਣ ਪਾਸ ਕਰਾ ਕੇ ਲਿਆ। ਜਿਹੜਾ ਆਉਣ ਵਾਲੇ ਦਿਨਾਂ 'ਚ, ਮਤਲਬ ਜਿਹੜਾ ਪਾਸ ਹੋ ਗਿਆ ਉਹਦਾ ਚੱਲਣਾ ਹੀ ਆ, ਸ਼ੁਰੂ ਹੋਣਾ ਹੀ ਆ। ਸਰਕਾਰ ਦਾ ਜਾਬਤਾ ਲੱਗ ਜਾਊਗਾ, ਬਾਅਦ 'ਚ ਬਣ ਜਾਊਗਾ, ਕਦੋਂ ਲੱਗ ਜਾਊਗਾ, ਬਟ ਮੇਰੇ ਕੋਲ ਤਾਂ ਉਹਦੇ ਪ੍ਰੂਫ ਹੈ ਨਾ, ਸਰਕਾਰ ਨੇ ਪਾਸ ਕਰ ਦਿੱਤਾ।
ਠੀਕ ਹੈ, ਤੁਸੀਂ ਹਰ ਇੱਕ ਵਿਧਾਇਕ ਨੇ 5 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ ਵੀ ਆਪਣੀ ਫੀਲਡਿੰਗ ਉਸ ਤਰੀਕੇ ਲਾਉਣੀ ਹੁੰਦੀ ਹੈ ਕਿ ਕੱਲ ਨੂੰ ਜੇ ਕੋਈ ਮੇਰਾ ਨੁਕਸਾਨ ਵੀ ਹੁੰਦਾ ਮੇਰੇ ਬੰਦੇ ਨਾਲ ਖੜੇ ਰਹਿੰਦੇ ਹੋਣ। ਪਰ ਆਖਰ ਤੇ ਇਹ ਦੱਸਿਓ ਕਿ ਜੇਕਰ ਅਜਿਹਾ ਹੋ ਜਾਂਦਾ, ਜੇਕਰ ਕਿਉਂਕਿ ਸੰਭਾਵਨਾਵਾਂ ਦੇ ਵਿੱਚ ਕੁਝ ਵੀ ਹੋ ਜਾਂਦਾ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲਿਆਉਣ ਵਰਗੇ ਫੈਸਲੇ ਹੋ ਸਕਦੇ ਆ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਐਸਾ ਹੋ ਜਾਂਦਾ ਤਾਂ ਹਰਜੋਤ ਕਮਲ ਪਾਰਟੀ ਦੇ ਨਾਲ ਖੜਨਗੇ ਜਾਂ ਫਿਰ ਆਪਣੀ ਪਾਰਟੀ ਦੀ ਵਿਰੋਧਤਾ ਕਰਨਗੇ? ਦੇਖੋ, ਮੈਨੂੰ ਆਪਣੀ ਪਾਰਟੀ ਦੇ ਉੱਤੇ ਪੂਰਾ ਭਰੋਸਾ, ਮੇਰੇ 'ਚ ਕੋਈ ਇਹੋ ਜਿਹੀ ਕਮੀ ਨਹੀਂ ਹੈਗੀ ਜਿਹੜੀ ਪਾਰਟੀ ਮੈਨੂੰ ਛੱਡ ਕੇ ਤੇ ਇਹੋ ਜਿਹੇ ਬੰਦੇ ਨੂੰ ਚੁਣੂਗੀ ਜਿਹਨੂੰ ਅੱਜ ਤੱਕ ਉਹ ਦੇਖੋ ਤੁਸੀਂ ਨਾ ਹੀ ਲੈ ਦਿੱਤਾ, ਹੁਣ ਸਿੱਧੀ ਤੁਸੀਂ ਗੱਲ ਹੀ ਕਰ ਦਿੱਤੀ ਤੇ ਮੈਨੂੰ ਵੀ ਆਈ ਸ਼ੁੱਡ ਆਲਸੋ ਬੀ ਵੈਰੀ ਮਚ ਸਟ੍ਰੇਟ। ਉਹ ਪਹਿਲਾਂ ਬੀਜੇਪੀ ਵਾਲਿਆਂ ਨੂੰ ਮਿਲ ਕੇ ਆਏ, ਫਿਰ ਉਹ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ, ਉਸ ਵੇਲੇ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਹੁਣ ਦੇ ਸੀਐਮ ਚਰਨਜੀਤ ਚੰਨੀ ਹੋਣਾ ਨੂੰ ਮਿਲੇ, ਉਦੋਂ ਬਾਅਦ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮਿਲੇ। ਇੱਕ ਬੰਦੇ ਦਾ ਜਿਹਦਾ ਮਾਈਂਡ ਹੀ ਨਹੀਂ ਸੈੱਟ ਹੈਗਾ ਕਿ ਮੈਂ ਜਾਣਾ ਕਿੱਥੇ ਆ ਤੇ ਕਰਨਾ ਕੀ ਆ, ਉਹ ਕਿਸੇ ਦਾ ਕੀ ਸਵਾਰ ਸਕਦਾ? ਜਿਹਨੂੰ ਆਪਦਾ ਹੀ ਨਹੀਂ ਅਜੇ ਕੋਈ ਫੈਸਲਾ ਹੀ ਨਹੀਂ, ਕਿਸੇ ਲਈ ਕੀ ਫੈਸਲੇ ਲਊਗਾ ਜਿਹੜਾ ਆਪਣੇ ਲਈ ਅਜੇ ਫੈਸਲੇ ਨਹੀਂ ਲੈ ਸਕਿਆ। ਔਰ ਉਹ ਮੈਨੂੰ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਚੱਲਦਾ। ਉਹਨਾਂ ਨੇ ਹੋ ਸਕਦਾ ਆਜ਼ਾਦ ਲੜਨੀ ਹੋਵੇ। ਕਾਂਗਰਸ ਪਾਰਟੀ ਦੀਆਂ ਟਿਕਟਾਂ ਅਪਲਾਈ ਕਰਨ ਦੀ 20 ਤਰੀਕ ਸੀ ਤੇ ਉਹ ਤੁਸੀਂ ਕਢਾ ਕੇ ਦੇਖ ਲਓ, ਉਹਨਾਂ ਨੇ ਤਾਂ ਕਾਂਗਰਸ ਦੀ ਟਿਕਟ ਅਪਲਾਈ ਨਹੀਂ ਕੀਤੀ। ਸੋ ਜੇ ਉਹਨਾਂ ਦਾ ਮਨ ਕਾਂਗਰਸ ਲਈ ਹੁੰਦਾ ਤੇ ਕਾਂਗਰਸ ਲਈ ਟਿਕਟ ਅਪਲਾਈ ਕਰਦੇ। ਅੱਜ ਤੱਕ ਕੇਜਰੀਵਾਲ ਸਾਹਿਬ ਇੱਥੇ 2 ਗੇੜੇ ਮਾਰ ਗਏ ਨੇ, ਮੋਗੇ 'ਚ ਆਉਂਦੇ ਹੀ ਨਹੀਂ, ਉਹਨਾਂ ਨਾਲ ਕਰਦੇ। ਹੁਣ ਬੀਜੇਪੀ ਵਾਲੇ ਮੋਗੇ ਦੇ ਵਿੱਚ ਕਈਆਂ ਨੂੰ ਸ਼ਾਮਲ ਕਰਾਇਆ, ਉਧਰ ਜਾਣ। ਤੁਹਾਡੀ ਧਿਰਤਾ ਜ਼ਰੂਰ ਹੈਗੇ ਨੇ, ਤੁਹਾਡੀ ਧਿਰਤਾ ਬਣੇ ਹੋਏ ਨੇ ਮੋਗੇ ਦੇ ਵਿੱਚ। ਦੇਖੋ, ਗੱਲ ਇੱਕ ਹੈ, ਐਮਐਲਏ ਬਹੁਤ ਵੱਡੀ ਚੋਣ ਹੁੰਦੀ ਹੈ। ਔਰ ਮੈਂ ਜਦੋਂ ਪਹਿਲਾਂ ਚੋਣ ਲੜਿਆ, ਮੇਰੀ ਹਾਲਾਂਕਿ ਪਹਿਲਾਂ ਚੋਣ ਸੀ, ਪਹਿਲੀ ਇਲੈਕਸ਼ਨ ਸੀ, ਤੇ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰੀ ਕਾਂਗਰਸ ਦਾ ਸਫਾਇਆ ਹੋਇਆ ਪਿਆ ਸੀ। ਮੈਂ ਕਾਂਗਰਸ ਖੜੀ ਕੀਤੀ ਹੈ ਪਿੰਡਾਂ 'ਚ, ਸ਼ਹਿਰ ਦੇ ਵਿੱਚ। ਮੈਂ 10 ਸਾਲ ਦਫ਼ਤਰ ਖੋਲ ਕੇ ਫੈਸਿਲਿਟੇਟ ਕੀਤਾ, ਲੋਕਾਂ ਨੂੰ ਕੈਂਪ ਲਾਏ ਆ, ਚਾਹੇ ਜਿਹੜੀ ਨੋਟਬੰਦੀ ਦੇ ਵਿੱਚ ਬੈਂਕਾਂ ਦੇ ਮੂਹਰੇ ਆਪਦੀਆਂ ਟੀਮਾਂ ਲਾ ਕੇ, ਚਾਹੇ ਕਰੋਨਾ ਦੇ ਵਿੱਚ, ਮੈਂ ਤਾਂ ਜਿੰਨਾ ਮੈਂ ਕੰਮ ਕੀਤਾ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ ਹੁਣ। ਤਾਂ ਹਰਜੋਤ ਕਮਲ ਹੋਰੀ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸੋਨੂ ਸੂਦ ਇੱਕ ਐਸਾ ਚਿਹਰਾ ਜਿਹੜੇ ਇਹੀ ਫੈਸਲਾ ਨਹੀਂ ਲੈ ਸਕੇ ਕਿ ਉਹਨਾਂ ਨੇ ਜਾਣਾ ਕਿਹੜੀ ਪਾਰਟੀ ਦੇ ਵਿੱਚ ਆ, ਫਿਰ ਉਹ ਲੋਕਾਂ ਦਾ ਕੀ ਸਵਾਰਨਗੇ। ਬਿਲਕੁਲ ਸਿੱਧੇ ਤੌਰ ਤੇ ਇਹ ਸਿਆਸੀ ਬਿਆਨ ਸੀ ਔਰ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਵੀ ਨਜ਼ਰ ਆ ਰਹੇ ਸੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਇਹ ਸਭ ਜਿਹੜਾ ਫੈਸਲਾ ਹਾਲੇ ਭਵਿੱਖ ਦੀ ਬੁੱਕਲ ਦੇ ਵਿੱਚ ਹੈ ਕਿ ਕਾਂਗਰਸ ਮੋਗਾ ਤੋਂ ਉਮੀਦਵਾਰ ਕਿਸ ਨੂੰ ਐਲਾਨਦੀ ਹੈ। ਫਿਰ ਜਦੋਂ ਮੋਗਾ ਦੇ ਵਿੱਚ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹਰਜੋਤ ਕਮਲ ਹੋਰਾਂ ਦਾ ਕਿਸ ਤਰ੍ਹਾਂ ਦਾ ਫੈਸਲਾ ਰਹੇਗਾ। ਉਹ ਆਪਣੀ ਪਾਰਟੀ ਦਾ ਸਮਰਥਨ ਕਰਦੇ ਨੇ ਜਾਂ ਉਹਨਾਂ ਦੇ ਫੈਸਲੇ ਦਾ ਸਮਰਥਨ ਕਰਦੇ ਨੇ, ਉਹਨਾਂ ਦੇ ਫੈਸਲੇ ਦੇ ਨਾਲ ਖੜਦੇ ਨੇ, ਜਾਂ ਫਿਰ ਹਰਜੋਤ ਕਮਲ ਇਸ ਦਾ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਵਿਰੋਧ ਕਰਦੇ ਨੇ, ਇਹ ਦੇਖਣਾ ਲਾਜ਼ਮੀ ਰਹੇਗਾ।